गुड मॉर्निंग स्टूडेंट्स, एम बबलजीत कौर। आज ਆਪਾਂ ਸੈਕੰਡ ਚੈਪਟਰ ਯੂਨਿਟ ਫਸਟ ਦਾ ਇਲੈਕਟ੍ਰਿਕ ਫੀਲਡ ਕਰਾਂਗੇ। ਤਾਂ ਫਸਟ ਟੌਪਿਕ ਆਪਣੇ ਕੋਲੇ ਹੈਗਾ ਇਲੈਕਟ੍ਰਿਕ ਫੀਲਡ। ਹੁਣ ਪਿਛਲੇ ਚੈਪਟਰ 'ਚ ਆਪਾਂ ਇਹ ਪੜ੍ਹ ਕੇ ਆਂਦਾ ਸੀਗਾ ਕਿ ਜੇ ਆਪਣੇ ਕੋਲੇ ਦੋ ਚਾਰਜ ਦਿੱਤੇ ਹੋਏ ਆ ਤੇ ਦੋਨੋਂ ਚਾਰजेस ਨੂੰ ਆਪਾਂ ਇੱਕ ਪਾਰਟਿਕੂਲਰ ਡਿਸਟੈਂਸ ਦੇ ਨਾਲ ਦੂਰ ਦੂਰ ਕਰਕੇ ਰੱਖਦੇ ਆ ਤਾਂ ਹੁਣ ਉਹਨਾਂ ਨੇ ਕੀ ਇੱਕ ਦੂਜੇ ਦੇ ਉੱਪਰ ਫੋਰਸ ਲਗਾਉਣਾ ਸ਼ੁਰੂ ਕਰ ਦਿੰਦੇ ਆ। ਤਾਂ ਕੂਲਮਜ਼ ਲਾਅ ਨੇ ਆਪਾਂ ਨੂੰ ਇਹ ਡਿਫਾਈਨ ਕੀਤਾ ਸੀਗਾ ਕਿ ਦੋਨੋਂ ਚਾਰजेस ਨੇ ਇੱਕ ਦੂਜੇ ਦੇ ਉੱਪਰ ਕਿੰਨਾ ਫੋਰਸ ਲਾਇਆ, ਕਿੰਨਾ ਮੈਗਨੀਟਿਊਡ ਆ, ਉਹ ਆਪਾਂ ਨੂੰ ਕੂਲਮਜ਼ ਲਾਅ ਤੋਂ ਪਤਾ ਲੱਗ ਗਿਆ ਸੀ। ਪਰ ਦੋਨੋਂ ਚਾਰजेस ਨੇ ਇੱਕ ਦੂਜੇ ਦੇ ਉੱਪਰ ਫੋਰਸ ਕਿਵੇਂ ਲਗਾਇਆ, ਉਹਦੀ ਐਕਸਪਲੇਨੇਸ਼ਨ ਕੀ ਸੀ, ਉਹਨਾਂ ਦਾ ਰੀਜ਼ਨ ਕੀ ਸੀ, ਇਹ ਆਪਾਂ ਨੂੰ ਨਹੀਂ ਸੀ ਪਤਾ ਲੱਗਿਆ। ਤਾਂ ਉਹ ਸਾਰਾ ਆਪਾਂ ਨੂੰ ਕਿਵੇਂ ਪਤਾ ਲੱਗਿਆ ਇਲੈਕਟ੍ਰਿਕ ਫੀਲਡ ਦੇ ਕਨਸੈਪਟ ਤੋਂ। ਤਾਂ ਹੁਣ ਆਪਣੇ ਕੋਲੇ ਕੀ ਆ ਕਿ ਜਦੋਂ ਦੋ ਚਾਰजेस ਨੇ ਇੱਕ ਦੂਜੇ ਦੇ ਉੱਪਰ ਫੋਰਸ ਲਗਾਉਣਾ ਸ਼ੁਰੂ ਕੀਤਾ ਤਾਂ ਆਪਣੇ ਕੋਲੇ ਕੀ ਸੀਗਾ, 2 ਸਟੈਪ ਪ੍ਰੋਸੈਸ, ਕਿ 2 ਸਟੈਪ ਹੁੰਦੇ ਨੇ, ਫਸਟ ਤੇ ਸੈਕਿੰਡ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਅਜ਼ਿਊਮ ਕਰਕੇ ਚੱਲਦੇ ਹਾਂ, ਜੇ ਆਪਣੇ ਕੋਲੇ ਕੋਈ ਵੀ ਚਾਰਜ ਕਿਊ ਦਿੱਤਾ ਹੋਇਆ, ਹੁਣ ਚਾਰਜ ਕਿਊ ਆਪਾਂ ਨੂੰ ਦਿੱਤਾ ਹੋਇਆ ਸੀ ਤਾਂ ਉਹ ਆਪਣੇ ਕੋਲੇ ਕੀ ਹੋ ਜਾਊਗਾ, ਸੋਰਸ ਚਾਰਜ। ਤਾਂ ਫਸਟ ਸਟੈਪ ਦੇ ਵਿੱਚ ਕੀ ਹੋਊਗਾ ਕਿ ਚਾਰਜ ਕਿਊ ਨੇ, ਹੁਣ ਜੇ ਆਪਣੇ ਕੋਲੇ ਇੱਥੇ ਕੋਈ ਵੀ ਕਿਊ ਚਾਰਜ ਦਿੱਤਾ ਹੋਇਆ, ਉਹਦੇ ਆਲੇ ਦੁਆਲੇ ਜਿਹੜੀ ਵੀ ਸਪੇਸ ਹੋਊਗੀ ਉਹਨੇ ਉੱਥੇ ਕੀ ਆ ਇਲੈਕਟ੍ਰਿਕ ਫੀਲਡ ਨੂੰ ਪ੍ਰੋਡਿਊਸ ਕਰਨਾ ਸ਼ੁਰੂ ਕਰਤਾ। ਤਾਂ ਉਹਦੇ ਆਲੇ ਦੁਆਲੇ ਪ੍ਰੋਡਿਊਸ ਹੋ ਗਈ ਇਲੈਕਟ੍ਰਿਕ ਫੀਲਡ। ਤਾਂ ਜਦੋਂ ਆਪਾਂ ਕੋਈ ਵੀ ਟੈਸਟ ਚਾਰਜ, ਕੋਈ ਹੋਰ ਚਾਰਜ ਕਿਊ ਨੋਟ ਨੇੜੇ ਲੈ ਕੇ ਆਉਂਦੇ ਆ ਤਾਂ ਇਸ ਇਲੈਕਟ੍ਰਿਕ ਫੀਲਡ ਨੇ ਉਹਦੇ ਉੱਪਰ ਫੋਰਸ ਲਗਾਉਣਾ ਸ਼ੁਰੂ ਕਰ ਦੇਣਾ। ਤਾਂ ਇਸ ਤਰ੍ਹਾਂ ਆਪਣੇ ਕੋਲ 2 ਸਟੈਪ ਹੋ ਗਏ। ਪਹਿਲਾਂ ਆਪਣੇ ਕੋਲ ਕੀ ਸੀਗਾ ਕਿ ਸੋਰਸ ਚਾਰਜ, ਜਿਹੜਾ ਕਿਊ ਚਾਰਜ ਆਪਾਂ ਨੂੰ ਦਿੱਤਾ ਹੋਇਆ ਸੀ, ਉਹਨੇ ਕੀ ਕੀਤਾ, ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕੀਤੀ ਆਪਣੀ ਸਰਾਊਂਡਿੰਗ ਦੇ ਵਿੱਚ। ਤੇ ਫਿਰ ਜਦੋਂ ਆਪਾਂ ਕੋਈ ਟੈਸਟ ਚਾਰਜ ਕਿਊ ਨੋਟ ਨੇੜੇ ਲੈ ਕੇ ਆਂਦਾ ਤਾਂ ਉਸ ਇਲੈਕਟ੍ਰਿਕ ਫੀਲਡ ਨੇ ਉਹਦੇ ਉੱਪਰ ਫੋਰਸ ਲਗਾਉਣਾ। ਤਾਂ ਹੁਣ ਇਸੇ ਤਰ੍ਹਾਂ ਆਪਣੇ ਕੋਲ ਫਿਰ ਡੈਫੀਨੇਸ਼ਨ ਕੀ ਹੋ ਜੂਗੀ ਕਿ ਕਿਸੇ ਵੀ ਚਾਰਜ ਦੇ ਇਲੈਕਟ੍ਰਿਕ ਫੀਲਡ ਡਿਊ ਟੂ ਆ ਚਾਰਜ ਇਜ਼ ਦੀ ਸਪੇਸ, ਉਹੀ ਆਪਣੇ ਕੋਲ ਡੈਫੀਨੇਸ਼ਨ ਬਣ ਰਹੀ ਹੈ ਨਾ, ਉਹਦੇ ਆਲੇ ਦੁਆਲੇ ਦੀ ਸਪੇਸ ਆ ਜਿਹੜੀ ਚਾਰਜ ਨੇ ਪ੍ਰੋਡਿਊਸ ਕੀਤੀ ਹੋਈ ਆ, ਜਿਹਦੇ ਵਿੱਚ ਆਪਾਂ ਕੋਈ ਹੋਰ ਚਾਰਜ ਲੈ ਕੇ ਆਂਦਾ। ਇਲੈਕਟ੍ਰਿਕ ਫੀਲਡ ਡਿਊ ਟੂ ਆ ਚਾਰਜ ਇਜ਼ ਦੀ ਸਪੇਸ ਅਰਾਊਂਡ ਦੀ ਚਾਰਜ ਇਨ ਵਿਚ ਐਨੀ ਅਦਰ ਚਾਰਜ ਇਜ਼ ਐਕਟਡ ਅਪੋਨ ਬਾਈ ਐਨ ਇਲੈਕਟ੍ਰੋਸਟੈਟਿਕ ਫੋਰਸ। ਦੂਜਾ ਟੈਸਟ ਚਾਰਜ ਜਦੋਂ ਲੈ ਕੇ ਆਂਦਾ ਤਾਂ ਪਹਿਲੇ ਸੋਰਸ ਚਾਰਜ ਨੇ ਉਹਦੇ ਉੱਪਰ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਣ ਦੇ ਕਾਰਨ ਫੋਰਸ ਐਗਜ਼ਰਟ ਕਰਨਾ। ਨੈਕਸਟ ਹੁਣ ਆਪਣੇ ਕੋਲ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਤਾਂ ਹੁਣ ਆਪਣੇ ਕੋਲ ਕੀ ਆ, ਜਦੋਂ ਆਪਣੇ ਕੋਲ ਕੋਈ ਵੀ ਇੱਕ ਸੋਰਸ ਚਾਰਜ ਦਿੱਤਾ ਹੋਊਗਾ ਤਾਂ ਹੁਣ ਆਪਾਂ ਉੱਪਰ ਵੀ ਇਹੀ ਡਿਫਾਈਨ ਕਰਕੇ ਆਂਦਾ ਕਿ ਜਦੋਂ ਆਪਾਂ ਕੋਈ ਵੀ ਟੈਸਟ ਚਾਰਜ ਨੇੜੇ ਲੈ ਕੇ ਆਉਂਦੇ ਆ ਤਾਂ ਉਹਨੇ ਕੀ ਆ, ਇਲੈਕਟ੍ਰਿਕ ਫੀਲਡ ਜਿਹੜੀ ਪ੍ਰੋਡਿਊਸ ਹੋ ਰਹੀ ਸੀਗੀ ਸੋਰਸ ਚਾਰਜ ਦੇ ਕਾਰਨ, ਫਿਰ ਹੀ ਉਹਦੇ ਉੱਪਰ ਫੋਰਸ ਐਗਜ਼ਰਟ ਹੋਇਆ। ਤਾਂ ਹੁਣ ਟੈਸਟ ਚਾਰਜ ਨੂੰ ਆਪਾਂ ਕਿਹਦੇ ਨਾਲ ਡਿਨੋਟ ਕੀਤਾ ਸੀਗਾ, ਕਿਊ ਨੋਟ ਦੇ ਨਾਲ। ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਡੈਫੀਨੇਸ਼ਨ ਆਪਣੇ ਕੋਲ ਕੀ ਆ, ਫੋਰਸ ਐਕਸਪੀਰੀਅੰਸਡ ਪਰ ਯੂਨਿਟ ਟੈਸਟ ਚਾਰਜ। ਜਦੋਂ ਆਪਾਂ ਕੋਈ ਵੀ ਟੈਸਟ ਚਾਰਜ ਉਹਦੇ ਨੇੜੇ ਲੈ ਕੇ ਆ ਰਹੇ ਹਾਂ, ਕਿਸੇ ਸੋਰਸ ਚਾਰਜ ਦੇ ਆਲੇ ਦੁਆਲੇ ਜਿੰਨੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਰਹੀ ਸੀ ਤਾਂ ਕਿੰਨਾ ਫੋਰਸ ਉਹਨੇ ਐਗਜ਼ਰਟ ਕੀਤਾ। ਤਾਂ ਹੁਣ ਆਪਣੇ ਕੋਲ ਕੀ ਆ, ਆਪਾਂ ਉਸ ਸੋਰਸ ਚਾਰਜ ਨੂੰ ਡਿਸਟਰਬ ਨਹੀਂ ਕਰਨਾ। ਤਾਂ ਹੁਣ ਆਪਣੇ ਕੋਲ ਫਿਰ ਮੈਥਮੈਟੀਕਲ ਕੀ ਬਣ ਜਾਊਗਾ ਇਸ ਡੈਫੀਨੇਸ਼ਨ ਤੋਂ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਈ ਨਾ ਆਪਾਂ ਡਿਨੋਟ ਕਰਨੀ ਆ, is equal to F upon Q naught, force experienced per unit test charge। ਤਾਂ ਦੋਨੋਂ ਵੈਕਟਰਸ ਕੁਆਂਟੀਟੀਜ਼ ਨੇ ਤਾਂ ਵੈਕਟਰ ਦਾ ਸਾਈਨ ਆਪਾਂ ਇਹਨਾਂ ਦੇ ਉੱਪਰ ਲਗਾਉਣਾ। ਤਾਂ ਇੱਕ ਆਪਾਂ ਹੋਰ ਕੀ ਅਜ਼ਿਊਮ ਕਰਕੇ ਚੱਲਣਾ ਕਿ ਜਿਹੜਾ Q naught ਟੈਸਟ ਚਾਰਜ ਆਪਣੇ ਕੋਲ ਹੋਊਗਾ ਇਹ ਬਹੁਤ ਛੋਟਾ ਹੋਣਾ ਚਾਹੀਦਾ ਸਾਈਜ਼ ਦੇ ਵਿੱਚ। ਕਿਉਂ ਛੋਟਾ ਹੋਣਾ ਚਾਹੀਦਾ ਹੈ ਕਿ ਜੇ ਇਹਦਾ ਸਾਈਜ਼ ਜਾਂ ਆਪਾਂ ਮੈਗਨੀਟਿਊਡ ਜ਼ਿਆਦਾ ਲੈ ਕੇ ਚੱਲਾਂਗੇ ਤਾਂ ਜਿਹੜੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਸੋਰਸ ਦੇ ਕਾਰਨ ਪ੍ਰੋਡਿਊਸ ਹੋਈ ਹੋਊਗੀ ਤਾਂ ਸੇਮ ਵੈਲਿਊ ਆਪਣੇ ਕੋਲ ਇਹਨੇ ਐਕਸਪੀਰੀਅੰਸ ਨਹੀਂ ਕਰਨੀ। ਤਾਂ ਇਸੇ ਕਰਕੇ ਆਪਾਂ ਕਿਊ ਨੋਟ ਨੂੰ ਕੀ ਲੈ ਕੇ ਚੱਲਾਂਗੇ, ਸਮਾਲ ਪੋਜ਼ੀਟਿਵ ਟੈਸਟ ਚਾਰਜ, ਕਿ ਇਹਦੀ ਵੈਲਿਊ ਬਹੁਤ ਜ਼ਿਆਦਾ ਘੱਟ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਇਲੈਕਟ੍ਰਿਕ ਫੀਲਡ ਆਪਾਂ ਅਜ਼ਿਊਮ ਕੀਤੀ ਆ ਜਾਂ ਆਪਾਂ ਲੈ ਕੇ ਚੱਲ ਰਹੇ ਹਾਂ ਸੋਰਸ ਚਾਰਜ ਤੋਂ, ਉਹਦੀ ਓਰੀਜਨਲ ਪੋਜੀਸ਼ਨ ਦੇ ਵਿੱਚ ਕੋਈ ਵੀ ਫਰਕ ਨਾ ਪਵੇ। ਤਾਂ ਹੁਣ ਇਸੇ ਕਰਕੇ ਡੈਫੀਨੇਸ਼ਨ ਦੇ ਵਿੱਚ ਆਪਾਂ ਫਿਰ ਕੀ ਐਡ ਕੀਤਾ, ਔਨ ਆ ਵੈਨਿਸ਼ਿੰਗਲੀ ਸਮਾਲ ਪੋਜ਼ੀਟਿਵ ਟੈਸਟ ਚਾਰਜ, ਕਿ ਬਹੁਤ ਜ਼ਿਆਦਾ ਛੋਟਾ ਟੈਸਟ ਚਾਰਜ ਹੋਣਾ ਚਾਹੀਦਾ ਹੈ ਜਿਹੜਾ ਆਪਾਂ ਉਸ ਪੁਆਇੰਟ ਦੇ ਉੱਪਰ ਰੱਖਿਆ ਹੋਇਆ। ਹੁਣ ਨੈਕਸਟ ਆਪਣੇ ਕੋਲ ਕਿ ਹੁਣ ਆਪਾਂ ਕਹਿ ਕੇ ਚੱਲੇ ਸੀਗੇ ਕਿ ਟੈਸਟ ਚਾਰਜ ਬਹੁਤ ਜ਼ਿਆਦਾ ਛੋਟਾ ਹੋਣਾ ਚਾਹੀਦਾ, ਤਾਂ ਇਸੇ ਕਰਕੇ ਆਪਾਂ ਕੀ ਲਿਖਾਂਗੇ, ਹੁਣ ਲਿਮਿਟ ਅਪਰੋਚ ਕਰਵਾਵਾਂਗੇ, ਲਿਮਿਟ ਕਿਊ ਨੋਟ ਟੈਂਡ ਟੂ 0 ਫੋਰਸ ਪਰ ਯੂਨਿਟ ਟੈਸਟ ਚਾਰਜ। ਤਾਂ ਹੁਣ ਆਪਾਂ ਕਿਊ ਨੋਟ ਨੂੰ 0 ਲੈ ਕੇ ਚੱਲ ਰਹੇ ਹਾਂ, ਮਤਲਬ ਕਿ ਜੇ ਆਪਾਂ ਟੈਸਟ ਚਾਰਜ ਨੂੰ ਉਸ ਆਬਜ਼ਰਵੇਸ਼ਨ ਪੁਆਇੰਟ ਦੇ ਉੱਪਰ ਰੱਖ ਰਹੇ ਹਾਂ ਤਾਂ ਜਿਹੜਾ ਸੋਰਸ ਚਾਰਜ ਆਪਣੇ ਕੋਲ ਕੀ ਸੀਗਾ ਕਿਊ, ਉਹਨੂੰ ਆਪਾਂ ਡਿਸਟਰਬ ਨਹੀਂ ਕੀਤਾ ਹੋਇਆ। ਤਾਂ ਐਸਾ ਹੀ ਯੂਨਿਟਸ ਕੀ ਹੋ ਗਈਆਂ ਆਪਣੇ ਕੋਲ, ਨਿਊਟਨ ਪਰ ਕੂਲਮ, ਕਿਉਂਕਿ ਫੋਰਸ ਨੂੰ ਆਪਾਂ ਕਿਹਦੇ ਵਿੱਚ ਮੈਜਰ ਕਰਦੇ ਹਾਂ, ਨਿਊਟਨ 'ਚ।
ਚਾਰਜ ਆਪਣੇ ਕੋਲ ਕਿਹਦੇ ਵਿੱਚ ਮੈਜਰ ਹੁੰਦਾ ਹੈ, ਕੂਲਮ 'ਚ। ਤਾਂ ਹੁਣ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੇ ਅੰਦਰ ਕਿਸੇ ਵੀ ਚਾਰਜ ਦੇ ਉੱਪਰ ਕਿੰਨਾ ਫੋਰਸ ਲੱਗ ਰਿਹਾ ਉਹਦੀ ਵੈਲਿਊ ਆਪਣੇ ਕੋਲ ਕਿੰਨੀ ਹੋ ਜੂਗੀ, F ਇਜ਼ ਇਕੁਅਲ ਟੂ Q ਇੰਟੂ E। ਨੈਕਸਟ ਹੁਣ ਆਪਣੇ ਕੋਲ ਕੀ ਹੈ, ਫਿਜ਼ੀਕਲ ਸਿਗਨੀਫੀਕੈਂਸ ਇਲੈਕਟ੍ਰਿਕ ਫੀਲਡ ਦੀ। ਤਾਂ ਉਹ ਆਪਣੇ ਕੋਲ ਕੀ ਹੈਗਾ ਕਿ ਬਹੁਤ ਜ਼ਿਆਦਾ ਸਿਗਨੀਫੀਕੈਂਸ ਆ। ਹੁਣ ਦੋ ਚਾਰਜਸ ਜੇ ਆਪਾਂ ਕਿਸੇ ਡਿਸਟੈਂਸ ਦੇ ਉੱਪਰ ਰੱਖੇ ਹੋਏ ਆ ਤਾਂ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਕੀ ਆ, ਫੋਰਸ ਐਗਜ਼ਰਟ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਹੁਣ ਇਸੇ ਤਰ੍ਹਾਂ ਆਪਣੇ ਕੋਲ ਕੀ ਆ ਕਿ ਜਿਹੜੀ ਇਲੈਕਟ੍ਰਿਕ ਫੀਲਡ ਆ ਉਹਨੇ ਆਪਾਂ ਨੂੰ ਕੀ ਆ, ਮੈਕੈਨਿਜ਼ਮ ਦੱਸਿਆ, ਐਕਸਪਲੇਨ ਕੀਤਾ ਕਿ ਜਦੋਂ ਦੋ ਚਾਰਜਸ ਨੂੰ ਆਪਾਂ ਕਿਸੇ ਡਿਸਟੈਂਸ ਦੇ ਉੱਪਰ ਰੱਖਦੇ ਆ ਤਾਂ ਉਹ ਇੱਕ ਦੂਜੇ ਦੇ ਉੱਪਰ ਕਿਵੇਂ ਫੋਰਸ ਐਗਜ਼ਰਟ ਕਰਦੇ ਆ। ਤਾਂ ਹੁਣ ਨੈਕਸਟ ਆਪਣੇ ਕੋਲ ਹੈ ਇਲੈਕਟ੍ਰਿਕ ਫੀਲਡ ਡਿਊ ਟੂ ਆ ਪੁਆਇੰਟ ਚਾਰਜ, ਕਿ ਹੁਣ ਆਪਾਂ ਕੀ ਆ, ਕੋਆਰਡੀਨੇਟ ਐਕਸਿਸ ਲੈ ਰਹੇ ਹਾਂ XYZ। ਓਰੀਜਨ ਦੇ ਉੱਪਰ ਆਪਾਂ ਸੋਰਸ ਚਾਰਜ ਪੋਜ਼ਿਟਿਵ ਚਾਰਜ ਰੱਖਿਆ ਹੋਇਆ Q। ਤਾਂ ਟੈਸਟ ਚਾਰਜ ਆਪਣੇ ਕੋਲ ਕੀ ਆ, Q0 ਆਪਾਂ ਟੈਸਟ ਚਾਰਜ ਰੱਖ ਰਹੇ ਹਾਂ ਕਿ ਕਿੰਨੀ ਇਲੈਕਟ੍ਰਿਕ ਫੀਲਡ ਉਹਨੇ ਪ੍ਰੋਡਿਊਸ ਕੀਤੀ ਹੋਈ ਆ। ਤਾਂ ਆਰ ਕੈਪ ਆਪਣੇ ਕੋਲ ਕੀ ਹੋ ਜਾਊਗਾ, ਯੂਨਿਟ ਵੈਕਟਰ ਕੀ ਡਾਇਰੈਕਸ਼ਨ ਦੱਸਣੀ ਆ। ਆਰ ਵੈਕਟਰ ਆਪਣੇ ਕੋਲ ਕੀ ਆ, Q ਤੋਂ Q0 ਦੇ ਵਿੱਚ ਆਪਣੇ ਕੋਲ ਡਿਸਟੈਂਸ ਆ ਜਾਊਗੀ। ਤਾਂ ਕੋਆਰਡੀਨੇਟ ਐਕਸਿਸ ਦੇ ਵਿੱਚ ਰੱਖਿਆ ਹੋਇਆ ਆਪਾਂ P ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਫਾਈਂਡ ਕਰਨੀ ਆ। ਤਾਂ P ਦੇ ਆਪਣੇ ਕੋਲੇ ਕੋਆਰਡੀਨੇਟ ਕਿਹੜੇ ਹੋ ਗਏ, XYZ। ਤਾਂ ਫੋਰਸ ਕਿੰਨਾ ਲੱਗਿਆ ਉਹਦੇ ਉੱਪਰ, F। ਤਾਂ ਕੂਲਮਜ਼ ਲਾਅ ਨੇ ਆਪਾਂ ਨੂੰ ਕੀ ਡਿਫਾਈਨ ਕੀਤਾ ਸੀਗਾ ਕਿ ਫੋਰਸ ਦੀ ਵੈਲਿਊ ਕਿਹਦੇ ਇਕੁਅਲ ਹੁੰਦੀ ਆ, 1/4πε0 Q0 ਅਪੋਨ R ਸਕੁਅਰ, ਕਿਉਂਕਿ ਇੱਥੇ ਆਪਣੇ ਕੋਲੇ ਕਿੰਨੇ ਨੇ, ਦੋ ਚਾਰਜ Q ਤੇ Q0 ਇੰਟੂ R ਕੈਪ। R ਆਪਣੇ ਕੋਲੇ ਕੀ ਹੋ ਜਾਊਗੀ, ਉਹਨਾਂ ਦੋਨੋਂ ਚਾਰਜਸ ਦੇ ਵਿੱਚ ਕਿੰਨੀ ਡਿਸਟੈਂਸ ਆ। ਤਾਂ R ਕੈਪ ਆਪਣੇ ਕੋਲੇ ਕੀ ਹੋ ਗਿਆ, ਯੂਨਿਟ ਵੈਕਟਰ। ਤਾਂ ਹੁਣ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਸੀਗੀ, ਲਿਮਿਟ Q0 ਟੈਂਡ ਟੂ 0 ਫੋਰਸ ਪਰ ਯੂਨਿਟ ਟੈਸਟ ਚਾਰਜ। ਤਾਂ ਹੁਣ ਫੋਰਸ ਦੀ ਵੈਲਿਊ ਫਿਰ ਪੁੱਟ ਕੀਤੀ ਆਪਾਂ। ਤਾਂ ਹੁਣ ਆਪਣੇ ਕੋਲੇ ਨੈਟ ਇਕੁਏਸ਼ਨ ਕੀ ਬਣ ਗਈ, 1/4πε0। ਇੱਥੇ Q0 ਦੇ ਨਾਲ Q0 ਕੱਟ ਹੋ ਗਿਆ, Q ਅਪੋਨ R ਸਕੁਅਰ ਇੰਟੂ R ਕੈਪ। ਹੁਣ ਆਪਣੇ ਕੋਲ ਨੈਕਸਟ ਕੀ ਆਪਾਂ ਯੂਨਿਟ ਵੈਕਟਰ ਨੂੰ ਕਿਵੇਂ ਲਿਖ ਸਕਦੇ ਹੁੰਦੇ ਆ, R ਕੈਪ ਇਜ਼ ਇਕੁਅਲ ਟੂ R ਵੈਕਟਰ ਅਪੋਨ ਮੈਗਨੀਟਿਊਡ ਆਫ R ਵੈਕਟਰ। ਮੈਗਨੀਟਿਊਡ ਆਫ R ਵੈਕਟਰ ਕਿਹਦੇ ਇਕੁਅਲ ਹੋ ਜਾਊਗਾ, ਇਕੱਲਾ R ਦੇ। ਤਾਂ ਇਕੁਏਸ਼ਨ ਕੀ ਬਣ ਗਈ, Q ਅਪੋਨ R ਸਕੁਅਰ ਇੰਟੂ R ਕੈਪ ਸੀ ਇੱਥੇ। ਤਾਂ R ਕੈਪ ਦੀ ਵੈਲਿਊ ਕਿੰਨੀ ਹੋ ਗਈ ਆਪਣੇ ਕੋਲੇ, R ਵੈਕਟਰ ਅਪੋਨ R। R ਨੂੰ R ਸਕੁਅਰ ਨਾਲ ਮਲਟੀਪਲਾਈ ਕੀਤੀ ਤਾਂ ਇਕੁਏਸ਼ਨ ਕੀ ਆ ਗਈ, R ਕਿਊਬ। ਹੁਣ ਆਪਣੇ ਕੋਲੇ ਕੀ ਇਕੱਲਾ ਮੈਗਨੀਟਿਊਡ ਚਾਹੀਦਾ, ਇਹ ਤਾਂ ਆਪਣੇ ਕੋਲੇ ਇੱਥੇ ਆਪਾਂ E ਵੈਕਟਰ ਸੀ, ਵੈਕਟਰ ਨੋਟੇਸ਼ਨ ਦੇ ਵਿੱਚ ਸੀ। ਹੁਣ ਮੈਗਨੀਟਿਊਡ ਫਾਈਂਡ ਕੀਤਾ ਤਾਂ E ਦੀ ਵੈਲਿਊ ਦੇ ਵਿੱਚ 1/4πε0 Q ਅਪੋਨ R ਸਕੁਅਰ। R ਕੈਪ ਆਪਣੇ ਕੋਲੇ ਕਿਸੇ ਵੈਕਟਰ ਦੇ ਵਿੱਚ ਕਿ ਆਪਾਂ ਨੂੰ ਉਹਨਾਂ ਦੀ ਡਾਇਰੈਕਸ਼ਨ ਪਤਾ ਲੱਗੂਗੀ ਕਿ ਕਿਹੜੇ ਪੁਆਇੰਟ ਤੋਂ ਕਿਹੜੇ ਪੁਆਇੰਟ ਵੱਲ ਐਕਟ ਕੀਤਾ ਹੋਇਆ। ਹੁਣ ਨੈਕਸਟ ਆਪਣੇ ਕੋਲੇ ਕੀ ਹੈਗੇ ਨੇ ਕਿ ਆਪਾਂ ਰਿਪਰੈਜ਼ੈਂਟ ਕਿਵੇਂ ਕਰਨਾ ਇਲੈਕਟ੍ਰਿਕ ਫੀਲਡ ਨੂੰ। ਇਲੈਕਟ੍ਰਿਕ ਫੀਲਡ ਨੂੰ ਹਮੇਸ਼ਾ ਹੀ ਆਪਾਂ ਕੀ ਹੈ, ਐਰੋਜ਼ ਦੇ ਨਾਲ ਰਿਪਰੈਜ਼ੈਂਟ ਕਰਾਂਗੇ। ਜੇ ਆਪਣੇ ਕੋਲੇ ਪੋਜ਼ਿਟਿਵ ਟੈਸਟ ਚਾਰਜ ਹੈਗਾ, ਪੋਜ਼ਿਟਿਵ ਚਾਰਜ ਦਿੱਤਾ ਹੋਇਆ ਤਾਂ ਐਰੋਜ਼ ਕੀ ਨੇ, ਹਮੇਸ਼ਾ ਹੀ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਹੋਣਗੇ। ਨੈਗੇਟਿਵ ਚਾਰਜ ਦਿੱਤਾ ਹੋਊਗਾ ਤਾਂ ਇਨਵਰਡ ਡਾਇਰੈਕਸ਼ਨ ਦੇ ਵਿੱਚ ਹੋਣਗੇ ਆਪਣੇ ਕੋਲ। ਤੇ ਜਿੱਥੇ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਜ਼ਿਆਦਾ ਹੋਊਗੀ ਉੱਥੇ ਆਪਣੇ ਕੋਲੇ ਐਰੋ ਦੀ ਲੈਂਥ ਵੀ ਜ਼ਿਆਦਾ ਹੋਊਗੀ। ਜਿਵੇਂ ਜਿਵੇਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਘਟੀ ਜਾਂਦੀ ਆ, ਐਰੋ ਦੀ ਲੈਂਥ ਵੀ ਘਟੀ ਜਾਊਗੀ। ਨੈਕਸਟ ਹੁਣ ਆਪਣੇ ਕੋਲੇ ਕੀ ਹੋ ਜਾਊਗਾ ਕਿ ਜੇ ਆਪਣੇ ਕੋਲ ਸਾਰਾ ਡਿਪੈਂਡ ਕਰੂਗਾ ਕਿ ਮੈਗਨੀਟਿਊਡ ਕਿੰਨਾ ਦਿੱਤਾ ਹੋਇਆ ਇਲੈਕਟ੍ਰਿਕ ਫੀਲਡ ਦਾ, ਉਵੇਂ ਹੀ ਆਪਾਂ ਐਰੋਜ਼ ਨੂੰ ਰਿਪਰੈਜ਼ੈਂਟ ਕਰਨਾ ਤੇ ਉਹਨਾਂ ਦੀ ਲੈਂਥ ਵੀ ਉਹਦੇ ਅਕੋਰਡਿੰਗ ਹੀ ਆਪਾਂ ਲਗਾਉਣੀ ਹੈ। ਹੁਣ ਨੈਕਸਟ ਆਪਣੇ ਕੋਲੇ ਹੈ ਇਲੈਕਟ੍ਰਿਕ ਫੀਲਡ ਨੂੰ ਆਪਾਂ ਕੰਪੋਨੈਂਟਸ ਦੀ ਫਾਰਮ ਦੇ ਵਿੱਚ ਲਿਖਣਾ। ਹੁਣ ਆਪਾਂ ਕੀ ਹੈ, ਪੋਜੀਸ਼ਨ ਵੈਕਟਰ R ਨੂੰ ਕੋਆਰਡੀਨੇਟ ਐਕਸਿਸ ਦੀ ਫਾਰਮ 'ਚ ਕਿਵੇਂ ਲਿਖ ਸਕਦੇ ਹਾਂ। ਕੋਆਰਡੀਨੇਟ ਪੁਆਇੰਟ ਕਿਹੜੇ ਆਪਣੇ ਕੋਲੇ ਆ ਗਏ, ਜੇ P X Y Z। ਤਾਂ ਹੁਣ ਆਪਣੇ ਕੋਲੇ ਕੀ ਸੀਗਾ, ਹੁਣ I ਕੈਪ ਕਿੱਥੇ ਆਪਣੇ ਕੋਲੇ ਹੁੰਦਾ ਹੈ, X ਐਕਸਿਸ ਦੇ ਅਲੋਂਗ। J ਕੈਪ ਆਪਣੇ ਕੋਲੇ ਹੁੰਦਾ ਹੈ Y ਐਕਸਿਸ ਦੇ ਅਲੋਂਗ। K ਕੈਪ ਆਪਣੇ ਕੋਲੇ ਹੁੰਦਾ ਹੈ Z ਐਕਸਿਸ ਦੇ ਅਲੋਂਗ। ਤਾਂ ਇਸੇ ਕਰਕੇ R ਦੀ ਵੈਲਿਊ ਕਿੰਨੀ ਹੋ ਜੂਗੀ, XI ਕੈਪ ਪਲੱਸ YJ ਕੈਪ ਪਲੱਸ ZK ਕੈਪ। ਹੁਣ ਆਪਾਂ ਕੀ ਉਹਦਾ ਮੈਗਨੀਟਿਊਡ ਫਾਈਂਡ ਕਰਨਾ। ਜਦੋਂ ਵੀ ਆਪਾਂ ਮੈਗਨੀਟਿਊਡ ਫਾਈਂਡ ਕਰਦੇ ਹਾਂ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਕਿ ਜਿਹੜੇ ਯੂਨਿਟ ਵੈਕਟਰਸ ਦੇ ਨਾਲ ਵੈਲਿਊਜ਼ ਲਿਖੀਆਂ ਹੁੰਦੀਆਂ ਨੇ ਉਹਨਾਂ ਦਾ ਸਕੁਅਰ ਕਰਕੇ ਆਪਾਂ ਰੂਟ ਫਾਈਂਡ ਕਰਦੇ ਹੁੰਦੇ ਹਾਂ। ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਇਸ ਤਰ੍ਹਾਂ ਲਿਖਦੇ ਰਹੇ ਹਾਂ, ਰੂਟ ਆਫ X ਸਕੁਅਰ ਪਲੱਸ Y ਸਕੁਅਰ ਪਲੱਸ Z ਸਕੁਅਰ। ਤਾਂ ਹੁਣ ਆਪਣੇ ਕੋਲੇ R ਤੇ R ਵੈਕਟਰ ਦੀਆਂ ਵੈਲਿਊਜ਼ ਆ ਗਈਆਂ, ਉਹ ਹੁਣ ਆਪਾਂ ਕੀ ਆ ਵਾਪਸ ਪੁੱਟ ਕਰ ਦੇਣੀਆਂ ਨੇ। ਜਿਹੜੀ ਆਪਣੇ ਕੋਲ ਇਕੁਏਸ਼ਨ ਸੀ 1/4πε0 Q ਅਪੋਨ R ਸਕੁਅਰ ਇੰਟੂ R ਕੈਪ। ਤਾਂ E ਇਜ਼ ਇਕੁਅਲ ਟੂ 1/4πε0 Q, ਨਾਲ ਆਪਣੇ ਕੋਲੇ ਕੀ ਸੀ R ਕੈਪ। ਤਾਂ ਹੁਣ ਆਪਣੇ ਕੋਲੇ R ਕੈਪ ਨੂੰ ਆਪਾਂ ਕਿਵੇਂ ਲਿਖਿਆ ਸੀਗਾ, R ਵੈਕਟਰ ਅਪੋਨ ਮੈਗਨੀਟਿਊਡ ਆਫ R ਵੈਕਟਰ।
ਤਾਂ E ਇਜ਼ ਇਕੁਅਲ ਟੂ 1/4 ਪਾਈ ਐਪਸਾਈਲਨ ਨਾਟ Q। ਹੁਣ R ਵੈਕਟਰ ਦੀ ਵੈਲਿਊ ਕਿੰਨੀ ਹੋਗੀ, XI ਕੈਪ ਪਲੱਸ YJ ਕੈਪ ਪਲੱਸ ZK ਕੈਪ। ਤਾਂ ਅਪੋਨ ਆਪਣੇ ਕੋਲ ਕੀ ਸੀਗਾ, R ਕਿਊਬ ਹੋ ਜਾਊਗਾ ਨਾ ਆਪਣੇ ਕੋਲ, ਕਿਉਂਕਿ R ਸਕੇਅਰ ਸੀ। R ਦਾ ਮੈਗਨੀਟਿਊਡ ਕਿਹਦੇ ਇਕੁਅਲ ਹੋ ਜਾਊਗਾ, ਫਿਰ ਇਕੱਲਾ R ਦੇ, R ਨੂੰ R ਸਕੇਅਰ ਨਾਲ ਮਲਟੀਪਲਾਈ ਕੀਤੀ ਤਾਂ R ਕਿਊਬ। ਹੁਣ ਆਪਣੇ ਕੋਲ ਇੱਥੇ ਵੈਲਿਊ ਫਿਰ ਕਿੰਨੀ ਹੋ ਜਾਊਗੀ, QR ਵੈਕਟਰ ਅਪੋਨ R ਕਿਊਬ। ਤਾਂ QR ਵੈਕਟਰ ਕਿਹਦੇ ਇਕੁਅਲ ਹੋ ਗਿਆ, XI ਕੈਪ ਪਲੱਸ YJ ਕੈਪ ਪਲੱਸ ZK ਕੈਪ ਅਪੋਨ R ਕਿਊਬ ਸੀ। R ਦੀ ਵੈਲਿਊ ਇਕੱਲੀ ਕਿੰਨੀ ਆ ਆਪਣੇ ਕੋਲੇ 1/2, ਬਟ ਆਪਣੇ ਕੋਲ ਇੱਥੇ ਕੀ ਸੀ ਕਿਊਬ, ਤਾਂ ਕਿਊਬ ਨੇ ਇਹਦੇ ਨਾਲ ਮਲਟੀਪਲਾਈ ਹੋ ਕੇ ਫਿਰ ਕਿੰਨਾ ਹੋ ਜਾਊਗਾ 3/2। ਹੁਣ ਇਸੇ ਤਰ੍ਹਾਂ E ਦੀ ਵੈਲਿਊ ਵੀ ਆਪਣੇ ਕੋਲੇ ਕਿੰਨੀ ਹੋ ਜਾਊਗੀ, EXI ਕੈਪ ਪਲੱਸ EYJ ਕੈਪ ਪਲੱਸ EZK ਕੈਪ। ਤਾਂ EXI ਕੈਪ, ਹੁਣ ਇੱਧਰੋਂ ਵੀ I ਕੈਪ ਦਾ ਕੰਪੋਨੈਂਟ ਕੀ ਆ ਜਾਊਗਾ 1/4 ਪਾਈ ਐਪਸਾਈਲਨ ਨਾਟ Q X ਅਪੋਨ X ਸਕੇਅਰ ਪਲੱਸ Y ਸਕੇਅਰ ਪਲੱਸ Z ਸਕੇਅਰ ਦੀ ਪਾਵਰ ਕਿੰਨੀ ਹੋ ਜਾਊਗੀ 3/2। ਤਾਂ ਇਕੁਏਟ ਕਰਕੇ ਆਪਣੇ ਕੋਲੇ ਵੈਲਿਊਜ਼ ਕਿੰਨੀਆਂ ਹੋ ਗਈਆਂ, I ਕੰਪੋਨੈਂਟ E ਦਾ, ਇੱਧਰੋਂ ਵੀ I ਕੰਪੋਨੈਂਟ ਆਪਾਂ ਲੈ ਕੇ ਚੱਲ ਰਹੇ ਹਾਂ, ਤਾਂ ਦੋਨੋਂ ਨੂੰ ਇਕੁਏਟ ਕੀਤਾ। ਇਸੇ ਤਰ੍ਹਾਂ J ਕੈਪ ਤੇ K ਕੈਪ। ਹੁਣ ਨੈਕਸਟ ਆਪਣੇ ਕੋਲ ਹੈ ਪੋਜੀਸ਼ਨ ਵੈਕਟਰ ਦੀ ਫਾਰਮ ਦੇ ਵਿੱਚ। ਤਾਂ ਪੋਜੀਸ਼ਨ ਵੈਕਟਰ ਦੀ ਫਾਰਮ ਦੇ ਵਿੱਚ ਆਪਣੇ ਕੋਲ ਕੀ ਆ, ਰੀਜਨ ਤੋਂ A ਪੁਆਇੰਟ ਤੱਕ ਆਪਣੇ ਕੋਲ ਡਿਸਟੈਂਸ ਕਿੰਨੀ ਲੈ ਕੇ ਚੱਲਦੇ ਹਾਂ ਆਪਾਂ R ਡੈਸ਼। ਹੁਣ ਕੋਆਰਡੀਨੇਟ ਐਕਸਿਸ ਦਾ ਤੁਹਾਨੂੰ ਪਤਾ ਹੀ ਨੇ XY Z। ਤਾਂ ਓਰੀਜਨ ਤੋਂ ਹੁਣ ਦੇਖੋ ਆਪਣੇ ਕੋਲੇ A ਦੇ ਉੱਪਰ ਆਪਾਂ ਕੀ ਆ ਸੋਰਸ ਚਾਰਜ ਰੱਖਿਆ ਹੋਇਆ Q। ਤਾਂ ਟੈਸਟ ਚਾਰਜ ਆਪਣੇ ਕੋਲੇ ਕੀ ਆ Q0, ਕਿ ਆਪਾਂ P ਪੁਆਇੰਟ ਦੇ ਉੱਪਰ ਫਾਈਂਡ ਕਰਨੀ ਆ ਜਿਹੜੀ ਇਲੈਕਟ੍ਰਿਕ ਫੀਲਡ ਸੋਰਸ ਚਾਰਜ ਨੇ ਪ੍ਰੋਡਿਊਸ ਕੀਤੀ ਹੋਈ ਆ। ਤਾਂ O ਤੋਂ ਲੈ ਕੇ A ਤੱਕ ਦੀ ਵੈਲਿਊ ਡਿਸਟੈਂਸ ਆ ਜਿਹੜੀ ਆਪਣੇ ਕੋਲੇ ਕਿੰਨੀ ਆ ਜੂਗੀ R ਡੈਸ਼। O ਤੋਂ ਲੈ ਕੇ P ਤੱਕ ਦੀ ਵੈਲਿਊ ਕਿੰਨੀ ਹੋਗੀ R। ਤਾਂ ਫਿਰ ਫੋਰਸ ਦੀ ਵੈਲਿਊ ਆਪਣੇ ਕੋਲੇ ਕਿੰਨੀ ਸੀਗੀ 1/4 ਪਾਈ ਐਪਸਾਈਲਨ ਨਾਟ Q0 ਅਪੋਨ R ਸਕੇਅਰ ਇੰਟੂ R ਕੈਪ। R ਆਪਣੇ ਕੋਲੇ ਕੀ ਸੀਗੀ ਡਿਸਟੈਂਸ ਸੋਰਸ ਚਾਰਜ ਤੇ ਟੈਸਟ ਚਾਰਜ ਦੇ ਵਿੱਚ। ਤਾਂ A P ਦੀ ਵੈਲਿਊ R ਦੀ ਜਗ੍ਹਾ ਤੇ ਆਪਾਂ ਕੀ ਲਿਖ ਲਿਆ, ਕਿਉਂਕਿ ਆਪਣੇ ਕੋਲੇ ਰਿਲੇਸ਼ਨ ਸੀ 1/4 ਪਾਈ ਐਪਸਾਈਲਨ ਨਾਟ Q0 ਅਪੋਨ R ਸਕੇਅਰ ਇੰਟੂ R ਕੈਪ। ਫਿਰ R ਕੈਪ ਨੂੰ ਆਪਾਂ ਕਿਵੇਂ ਲਿਖਾਂਗੇ, R ਵੈਕਟਰ ਅਪੋਨ R। ਤਾਂ ਵੈਲਿਊ ਫਿਰ ਦੇਖੋ ਆਪਣੇ ਕੋਲੇ Q0 ਅਪੋਨ R ਦੀ ਵੈਲਿਊ ਸੀ ਮਤਲਬ ਡਿਸਟੈਂਸ, ਤਾਂ AP ਸਕੇਅਰ R ਵੈਕਟਰ ਆਪਾਂ ਡਿਸਟੈਂਸ ਤੋਂ ਲੈ ਕੇ ਚੱਲਣਾ ਨਾ। ਤਾਂ ਇੱਥੇ ਵੀ ਆਪਾਂ ਡਿਸਟੈਂਸ ਨੂੰ ਲਿਆ ਸੀ AP, ਤਾਂ R ਦੀ ਜਗ੍ਹਾ ਤੇ ਕੀ ਆ ਜਾਊਗਾ AP ਵੈਕਟਰ ਅਪੋਨ AP ਵੈਕਟਰ ਦਾ ਮੈਗਨੀਟਿਊਡ ਇਜ਼ ਇਕੁਅਲ ਟੂ AP। ਸੇਮ ਆਹੀ ਮੈਥਡ ਲਗਾਉਣਾ ਇੱਥੇ ਤੁਸੀਂ। ਫਿਰ F ਇਜ਼ ਇਕੁਅਲ ਟੂ 1/4 ਪਾਈ ਐਪਸਾਈਲਨ ਨਾਟ Q0 ਇੰਟੂ AP। ਹੁਣ ਇੱਥੇ ਵੀ AP ਆਪਣੇ ਕੋਲ ਮੈਗਨੀਟਿਊਡ, ਇੱਥੇ ਵੀ AP ਆ, ਤਾਂ ਸਕੇਅਰ ਇੱਥੇ 1 ਪਾਵਰ, ਤਾਂ ਟੋਟਲ ਪਾਵਰ ਕਿੰਨੀ ਆ ਜੂਗੀ ਕਿਊਬ। ਹੁਣ ਨੈਕਸਟ ਆਪਣੇ ਕੋਲ ਕੀ ਆ ਟ੍ਰਾਇੰਗਲ ਲਾਅ ਦੇ ਅਕੋਰਡਿੰਗ ਦੇਖੋ ਆਪਣੇ ਕੋਲ O to A ਫਿਰ A to P ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਹਾਂ, ਅਤੇ ਓਪੋਜ਼ਿਟ ਡਾਇਰੈਕਸ਼ਨ 'ਚ ਕੀ ਆਪਣੇ ਕੋਲ ਹੈਗਾ O to P। ਤਾਂ ਰਿਜ਼ਲਟੈਂਟ ਆਪਣੇ ਕੋਲ ਕੀ ਆ ਜਾਊਗਾ OP। OP ਇਜ਼ ਇਕੁਅਲ ਟੂ OA ਪਲੱਸ AP। ਤਾਂ AP ਇਜ਼ ਇਕੁਅਲ ਟੂ OP ਮਾਈਨਸ OA। OP ਦੀ ਵੈਲਿਊ ਕਿੰਨੀ ਸੀਗੀ ਆਪਣੇ ਕੋਲੇ R, ਇੱਥੇ ਕਿੰਨੀ ਵੈਲਿਊ ਆ OA ਦੀ R ਡੈਸ਼, ਤਾਂ R ਮਾਈਨਸ R ਡੈਸ਼। ਤਾਂ ਫਿਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਸੀਗੀ ਲਿਮਿਟ Q0 ਟੈਂਡ ਟੂ 0 ਫੋਰਸ ਪਰ ਯੂਨਿਟ ਟੈਸਟ ਚਾਰਜ। ਤਾਂ ਸਾਰੀਆਂ ਵੈਲਿਊਜ਼ ਪੁੱਟ ਕਰਾਂਗੇ ਆਪਾਂ, ਫਿਰ Q0 ਦੇ ਨਾਲ Q0 ਕੱਟ ਹੋ ਜਾਊਗਾ। ਹੁਣ ਇੱਥੇ ਕੀ Q0 ਕੱਟ ਹੋ ਗਿਆ, ਅਤੇ ਲਿਮਿਟ ਦੇ ਵਿੱਚ ਆਪਾਂ ਕਿਹਾ ਸੀਗਾ Q0 ਟੈਂਡ ਟੂ 0, ਤਾਂ ਇਸੇ ਕਰਕੇ ਆਪਾਂ ਲਿਮਿਟ ਨੂੰ ਹੁਣ ਇੱਥੇ ਕੈਂਸਲ ਕਰਤਾ, ਖਤਮ ਹੋ ਗਈ ਲਿਮਿਟ, ਕਿਉਂਕਿ ਇੱਥੇ ਆਪਣੇ ਕੋਲ ਕੋਈ ਵੈਲਿਊ ਨਹੀਂ ਆ ਰਹੀ। ਤਾਂ 1/4 ਪਾਈ ਐਪਸਾਈਲਨ ਨਾਟ Q ਅਪੋਨ R ਮਾਈਨਸ R ਡੈਸ਼, ਤਾਂ ਮੈਗਨੀਟਿਊਡ ਦਾ ਕਿਊਬ R ਮਾਈਨਸ R ਡੈਸ਼। ਤਾਂ ਹੁਣ ਇਹ ਤੁਸੀਂ ਚੰਗੀ ਤਰ੍ਹਾਂ ਟੌਪਿਕ ਆਪਣਾ ਕੰਪਲੀਟ ਕਰਨਾ ਹੈ। ਜੇ ਫਿਰ ਵੀ ਕੋਈ ਡਾਊਟ ਆਊਗਾ ਤਾਂ ਮੈਨੂੰ ਦੱਸ ਦੇਣਾ। ਥੈਂਕ ਯੂ।